हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮਿੰਟ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਹੈਰਾਨ ਕਰ ਦੇਣ ਵਾਲੀ, ਤੁਹਾਡੇ ਦਿਮਾਗ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਇਹ ਵੀਡੀਓ। ਜੇਕਰ ਤੁਹਾਨੂੰ ਵੀ ਕਦੇ ਇਸ ਤਰ੍ਹਾਂ ਮਹਿਸੂਸ ਹੋਇਆ ਹੈ ਜਦੋਂ ਤੁਸੀਂ ਕਿਸੇ ਥਾਂ ਤੇ ਜਾਂਦੇ ਹੋ ਤੇ ਉੱਥੇ ਜਾ ਕੇ ਤੁਹਾਨੂੰ ਲੱਗੇ ਕਿ ਇਹ ਸਾਰੀ ਚੀਜ਼ ਮੈਂ ਪਹਿਲਾਂ ਵੀ ਦੇਖੀ ਹੈ ਜਾਂ ਇਹ ਸਾਰਾ ਸੀਨ ਮੇਰੇ ਨਾਲ ਪਹਿਲਾਂ ਵੀ ਕ੍ਰੀਏਟ ਹੋਇਆ ਹੈ, ਤਾਂ ਇਹ ਕਿਉਂ ਹੁੰਦਾ ਹੈ? ਇਹ ਸਿਰਫ ਤੁਹਾਡੇ ਨਾਲ ਹੀ ਹੁੰਦਾ ਜਾਂ ਹੋਰ ਲੋਕਾਂ ਨਾਲ ਵੀ ਹੁੰਦਾ ਹੈ? ਇਸ ਬਾਰੇ ਹੀ ਗੱਲ ਕਰਾਂਗੇ। ਇਹ ਇੱਕ ਤਰ੍ਹਾਂ ਦਾ ਫਿਨੋਮੀਨਾ ਹੈ ਜਿਸ ਨੂੰ ਡੇਜਾ ਵੂ ਕਹਿੰਦੇ ਨੇ ਤੇ ਅੱਜ ਆਪਾਂ ਡੇਜਾ ਵੂ ਬਾਰੇ ਹੀ ਗੱਲ ਕਰਾਂਗੇ ਕਿ ਇਹ ਕੀ ਸ਼ੈ ਹੈ। ਡੇਜਾ ਵੂ ਇੱਕ ਫ੍ਰੈਂਚ ਸ਼ਬਦ ਹੈ ਜਿਸ ਦਾ ਇੰਗਲਿਸ਼ ਵਿੱਚ ਅਰਥ ਹੁੰਦਾ ਹੈ ਆਲਰੇਡੀ ਸੀਨ, ਪਹਿਲਾਂ ਤੋਂ ਦੇਖਿਆ ਹੋਇਆ। ਇਹ ਇੱਕ ਮਾਨਸਿਕ ਅਹਿਸਾਸ ਹੈ ਜਿਸ ਬਾਰੇ ਵਿਗਿਆਨੀ ਵੀ ਕੁਝ ਠੋਸ ਪਤਾ ਨਹੀਂ ਕਰ ਪਾਏ, ਪਰ ਅਲੱਗ-ਅਲੱਗ ਲੋਕਾਂ ਦੀਆਂ ਇਸ ਬਾਰੇ ਅਲੱਗ-ਅਲੱਗ ਥਿਊਰੀਆਂ ਨੇ ਜੋ ਅੱਜ ਤੁਹਾਨੂੰ ਦੱਸਦੇ ਹਾਂ। ਡੇਜਾ ਵੂ ਇੱਕ ਮੈਂਟਲ ਸਟੇਟ ਹੈ। ਇਸ ਦੌਰਾਨ ਕਿਸੇ ਚੀਜ਼ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਪਹਿਲਾਂ ਤੋਂ ਵੀ ਹੋ ਚੁੱਕਿਆ ਹੈ। ਇਹ ਫੀਲਿੰਗ ਇੰਨੀ ਸਟਰੋਂਗ ਹੁੰਦੀ ਹੈ ਕਿ ਦਿਮਾਗ ਵੀ ਸਮਝ ਨਹੀਂ ਪਾਉਂਦਾ ਕਿ ਇਹ ਸਹੀ ਹੈ ਜਾਂ ਗਲਤ ਹੈ। ਸੋ ਇਹ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਿਓ ਕਿਉਂਕਿ ਨਹੀਂ ਤਾਂ ਕੁਝ ਨਾ ਕੁਝ ਸਮਝਣ ਨੂੰ ਰਹਿ ਜਾਵੋਗੇ। ਤੇ ਇਹ ਵੀਡੀਓ ਵਿੱਚ ਅਸੀਂ ਤੁਹਾਨੂੰ ਸਪੈਸ਼ਲ ਐਪਲ ਦੇ ਫ੍ਰੀ ਸਟਾਕਸ ਵੀ ਦੇਣ ਵਾਲੇ ਹਾਂ। ਸੋ ਆਪਾਂ ਹੁਣ ਅਲੱਗ-ਅਲੱਗ ਥਿਊਰੀਆਂ ਬਾਰੇ ਗੱਲ ਕਰਾਂਗੇ, ਜਿਵੇਂ ਕਿ ਪੁਨਰ ਜਨਮ। ਬਹੁਤ ਸਾਰੇ ਲੋਕਾਂ ਦਾ ਮੰਨਣਾ ਇਹ ਹੈ ਕਿ ਇਹ ਪੁਨਰ ਜਨਮ ਕਰਕੇ ਹੁੰਦਾ ਹੈ ਕਿ ਜੋ ਪੁਰਾਣੇ ਜਨਮ ਦੀਆਂ ਠੋਸ ਯਾਦਾਂ ਕਿਤੇ ਨਾ ਕਿਤੇ ਸਟੋਰ ਰਹਿ ਜਾਂਦੀਆਂ ਨੇ, ਉਹ ਇਹ ਜਨਮ ਵਿੱਚ ਸਾਨੂੰ ਦਿਖਾਈ ਦਿੰਦੀਆਂ ਨੇ। ਉਹਨਾਂ ਦਾ ਮੰਨਣਾ ਹੁੰਦਾ ਹੈ ਕਿ ਇਨਸਾਨ ਮਰ ਕੇ ਦੁਬਾਰਾ ਜਨਮ ਲੈਂਦਾ ਹੈ ਤੇ ਪਿਛਲੇ ਜਨਮ ਦੀਆਂ ਯਾਦਾਂ ਸਾਡੇ ਦਿਮਾਗ ਦੇ ਕਿਸੇ ਕੋਨੇ ਵਿੱਚ ਸਟੋਰ ਰਹਿੰਦੀਆਂ ਨੇ ਤੇ ਕਈ ਵਾਰ ਜੋ ਯਾਦਾਂ ਪਿਛਲੇ ਜਨਮ ਵਿੱਚ ਬਹੁਤ ਠੋਸ ਹੁੰਦੀਆਂ ਨੇ ਉਹ ਸਾਡੇ ਇਸ ਜਨਮ ਵਿੱਚ ਅੱਗੇ ਆ ਜਾਂਦੀਆਂ ਨੇ ਤੇ ਇਸ ਕਰਕੇ ਇਸ ਜੀਵਨ ਵਿੱਚ ਸਾਨੂੰ ਇਸ ਤਰ੍ਹਾਂ ਦਾ ਅਨੁਭਵ ਹੁੰਦਾ ਹੈ। ਪਰ ਇਸ ਥਿਊਰੀ ਤੇ ਉਹ ਲੋਕ ਜ਼ਿਆਦਾ ਵਿਸ਼ਵਾਸ ਕਰਦੇ ਨੇ ਜੋ ਪੁਨਰ ਜਨਮ ਵਿੱਚ ਵਿਸ਼ਵਾਸ ਰੱਖਦੇ ਨੇ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਡ੍ਰੀਮ ਬੇਸਡ ਥਿਊਰੀ ਦੀ। ਇਹ ਥਿਊਰੀ ਦੀ ਜੇਕਰ ਮੰਨੀਏ ਤਾਂ ਡੇਜਾ ਵੂ ਦੇ ਕਾਰਨ ਹੁੰਦੇ ਨੇ ਸਾਡੇ ਸੁਪਨੇ। ਜੋ ਸੌਣ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਉਹੀ ਸਾਡੇ ਸੁਪਨੇ ਵਿੱਚ ਦਿਖਾਈ ਦਿੰਦਾ ਹੈ। ਮੰਨ ਲਓ ਜੇਕਰ ਤੁਸੀਂ ਸੋਚ ਕੇ ਸੁੱਤੇ ਹੋ ਕਿ ਅਸੀਂ ਆਪਣੀ ਫੈਮਿਲੀ ਨਾਲ ਕਿਤੇ ਘੁੰਮਣ ਜਾਣਾ ਹੈ ਤੇ ਸੁਪਨੇ ਵਿੱਚ ਤੁਹਾਨੂੰ ਉਹੀ ਜਗ੍ਹਾ ਦਿਖਾਈ ਦੇਵੇ ਤੇ ਸਵੇਰ ਹੁੰਦੇ ਤੱਕ ਅਸੀਂ ਉਹ ਸੁਪਨਾ ਭੁੱਲ ਜਾਂਦੇ ਹਾਂ ਕਈ ਵਾਰ, ਤੇ ਜਦੋਂ ਅਸੀਂ ਅਸਲ ਥਾਂ ਤੇ ਜਾਵਾਂਗੇ ਤਾਂ ਸਾਨੂੰ ਉਹ ਸੁਪਨਾ ਯਾਦ ਆ ਜਾਵੇਗਾ। ਸਾਨੂੰ ਲੱਗਦਾ ਕਿ ਅਸੀਂ ਇਹ ਸਾਰਾ ਕੁਝ ਪਹਿਲਾਂ ਹੀ ਕਰ ਚੁੱਕੇ ਹਾਂ ਤੇ ਕਈ ਵਾਰ ਸੁਪਨੇ ਵਾਲੀ ਜਗ੍ਹਾ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਛਪ ਜਾਂਦੀ ਹੈ ਤੇ ਹਕੀਕਤ ਵਿੱਚ ਉਹੀ ਥਾਵਾਂ ਦੇਖਣ ਤੇ ਸਾਡਾ ਦਿਮਾਗ ਉਸ ਸੁਪਨੇ ਨੂੰ ਰਿਵਾਈਂਡ ਕਰ ਦਿੰਦਾ ਹੈ। ਕਈ ਵਾਰ ਇੱਕ ਜਗ੍ਹਾ ਦੀ ਮੈਮਰੀ ਉਸ ਦੇ ਵਰਗੀ ਮਿਲਦੀ ਜੁਲਦੀ ਜਗ੍ਹਾ ਨਾਲ ਕ੍ਰਾਸ ਹੋ ਜਾਂਦੀ ਹੈ, ਜਿਸ ਕਰਕੇ ਇਹ ਫੀਲ ਹੁੰਦਾ ਹੈ ਕਿ ਅਸੀਂ ਸ਼ਾਇਦ ਪਹਿਲਾਂ ਇਹ ਜਗ੍ਹਾ ਦੇਖੀ ਹੈ। ਸੋ ਇਹ ਥਿਊਰੀ ਨੂੰ ਬਹੁਤ ਹੱਦ ਤੱਕ ਮੰਨਿਆ ਜਾ ਸਕਦਾ ਹੈ। ਸੋ ਅੱਗੇ ਗੱਲ ਕਰਦੇ ਹਾਂ ਗਲਿਚ ਥਿਊਰੀ ਦੀ। ਸੋ ਅਗਲੀਆਂ ਥਿਊਰੀਆਂ ਹੁਣ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੀਆਂ, ਸੋ ਬਹੁਤ ਹੀ ਧਿਆਨ ਨਾਲ ਸੁਣਦੇ ਜਾਇਓ। ਅਸਲ ਵਿੱਚ ਡੇਜਾ ਵੂ ਸਾਡੀ ਲਾਈਫ ਦਾ ਇੱਕ ਛੋਟਾ ਜਿਹਾ ਪਾਰਟ ਹੁੰਦਾ ਹੈ ਜਿਸ ਨੂੰ ਅਸੀਂ ਕੁਝ ਸੈਕਿੰਡਾਂ ਜਾਂ ਮਿੰਟਾਂ ਵਿੱਚ ਭੁੱਲ ਜਾਂਦੇ ਹਾਂ, ਪਰ ਇਹਨਾਂ ਦਾ ਕਹਿਣਾ ਹੈ ਕਿ ਇਹ ਸਾਡੀ ਲਾਈਫ ਦਾ ਇੱਕ ਵੱਡਾ ਹਿੱਸਾ ਨੇ ਤੇ ਇਹ ਕੋਈ ਸੁਪਨੇ ਨਹੀਂ ਬਲਕਿ ਰਿਐਲਿਟੀ ਹੈ ਤੇ ਇਸ ਦੁਨੀਆ ਵਿੱਚ ਕੋਈ ਟਾਈਮ ਨਾਮ ਦੀ ਚੀਜ਼ ਹੈ ਹੀ ਨਹੀਂ। ਇਸ ਥਿਊਰੀ ਦਾ ਕਹਿਣਾ ਹੈ ਇਹ ਸਿਰਫ ਸਾਡੇ ਜੀਵਨ ਨੂੰ ਆਸਾਨ ਕਰਨ ਲਈ ਬਣਾਇਆ ਗਿਆ ਹੈ। ਉਂਝ ਅਸੀਂ ਪਾਸਟ, ਪ੍ਰੈਜ਼ੈਂਟ, ਫਿਊਚਰ ਵਿੱਚ ਇੱਕੋ ਸਮੇਂ ਜਿਉਂਦੇ ਹਾਂ। ਇਸ ਦਾ ਕਹਿਣਾ ਹੈ ਕਿ ਡੇਜਾ ਵੂ ਇੱਕ ਗਲਿਚ ਹੁੰਦਾ ਹੈ ਜੋ ਸਾਨੂੰ ਪ੍ਰੈਜ਼ੈਂਟ ਵਿੱਚ ਰਹਿੰਦੇ ਹੋਏ ਪਾਸਟ ਦਾ ਅਹਿਸਾਸ ਕਰਾਉਂਦਾ ਹੈ। ਇਸੇ ਤਰ੍ਹਾਂ ਅਸੀਂ ਕਈ ਵਾਰ ਪਾਸਟ ਵਿੱਚ ਫਿਊਚਰ ਵੀ ਦੇਖ ਲੈਂਦੇ ਹਾਂ। ਇਸ ਥਿਊਰੀ ਦਾ ਮੰਨਣਾ ਹੈ ਕਿ ਸਾਡਾ ਦਿਮਾਗ ਸਾਨੂੰ ਰਿਐਲਿਟੀ ਤੋਂ ਬ੍ਰੇਕ ਦਿਵਾਉਣ ਲਈ ਇਸ ਤਰ੍ਹਾਂ ਕਰਦਾ ਹੈ। ਸੋ ਜਦੋਂ ਡੇਜਾ ਵੂ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਕਾਸ਼ ਸਾਨੂੰ ਇਸ ਤਰੀਕੇ ਨਾਲ ਸਾਨੂੰ ਪਹਿਲਾਂ ਪਤਾ ਲੱਗ ਜਾਏ ਕਿ ਸਾਡੀ ਲਾਈਫ ਵਿੱਚ ਸਾਡੇ ਕੋਲ ਕਿੰਨਾ ਪੈਸਾ ਆਉਣਾ ਹੈ ਤੇ ਕਦੋਂ ਸਟਾਕ ਮਾਰਕੀਟ ਕ੍ਰੈਸ਼ ਹੋਣੀ ਹੈ ਤਾਂ ਜੋ ਅਸੀਂ ਇਨਵੈਸਟ ਕਰ ਸਕੀਏ। ਪਰ ਡੇਜਾ ਵੂ ਇੱਕ ਨੈਚੁਰਲ ਫਿਨੋਮੀਨਾ ਹੈ ਜੋ ਸਾਡੇ ਚਾਹਣ ਤੇ ਡਿਪੈਂਡ ਨਹੀਂ ਕਰਦਾ, ਪਰ ਫਿਰ ਵੀ ਅਸੀਂ ਆਪਣੀ ਮਿਹਨਤ ਨਾਲ ਕਮਾਇਆ ਪੈਸਾ ਹਰ ਇੱਕ ਕੰਪਨੀ ਵਿੱਚ ਇਨਵੈਸਟ ਨਹੀਂ ਕਰ ਸਕਦੇ, ਪਰ ਅਸੀਂ ਫੰਡਾਮੈਂਟਲੀ ਸਟਰੋਂਗ ਕੰਪਨੀਆਂ ਵਿੱਚ ਤਾਂ ਪੈਸਾ ਇਨਵੈਸਟ ਕਰ ਸਕਦੇ ਹਾਂ। ਸੋ ਇਹ ਬੈਸਟ ਟਾਈਮ ਹੈ ਯੂਐਸ ਮਾਰਕੀਟ ਵਿੱਚ ਇਨਵੈਸਟ ਕਰਨ ਦਾ, ਕਿਉਂਕਿ ਯੂਐਸ ਦੀਆਂ ਸ਼ਾਨਦਾਰ ਕੰਪਨੀਆਂ ਪਿਛਲੇ 52 ਹਫ਼ਤਿਆਂ ਤੋਂ ਲੋ ਤੇ ਚੱਲ ਰਹੀਆਂ ਨੇ, ਪਰ ਹੁਣ ਮਾਰਕੀਟ ਹੌਲੀ-ਹੌਲੀ ਆਪਣੇ ਆਪ ਨੂੰ ਪਿਕ ਕਰ ਰਿਹਾ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ ਇਨਵੈਸਟ ਕਰਨ ਦੀ। ਪਰ ਯੂਐਸ ਸਟਾਕ ਹੀ ਕਿਉਂ? ਇਹਦੇ ਦੋ ਮੇਜਰ ਰੀਜ਼ਨ ਨੇ। ਇੱਕ ਤਾਂ ਫ੍ਰੈਕਸ਼ਨਲ ਸ਼ੇਅਰਸ, ਮਤਲਬ ਜਦੋਂ ਅਸੀਂ ਇੰਡੀਆ ਵਿੱਚ ਕੋਈ ਸ਼ੇਅਰ ਬਾਏ ਕਰਦੇ ਹਾਂ ਤਾਂ ਸਾਨੂੰ ਪੂਰਾ ਸ਼ੇਅਰ ਬਾਏ ਕਰਨਾ ਪੈਂਦਾ ਹੈ, ਪਰ ਯੂਐਸ ਮਾਰਕੀਟ ਵਿੱਚ ਅਸੀਂ ਇੱਕ ਸ਼ੇਅਰ ਦਾ ਛੋਟਾ ਜਿਹਾ ਹਿੱਸਾ ਵੀ ਖਰੀਦ ਸਕਦੇ ਹਾਂ। ਤੇ ਨੰਬਰ 2 ਤੇ ਡਾਲਰ ਦੇ ਮੁਕਾਬਲੇ ਰੁਪਈਆ ਹਰ ਸਾਲ ਵੀਕ ਹੁੰਦਾ ਜਾਂਦਾ ਹੈ। 2011 ਵਿੱਚ $1 ਦਾ ਸੀ ਪਰ ਅੱਜ 81 ਰੁਪਏ ਦਾ ਹੋ ਗਿਆ ਹੈ। ਸੋ ਕੁਝ ਸਮਾਂ ਪਹਿਲਾਂ ਯੂਐਸ ਮਾਰਕੀਟ ਵਿੱਚ ਇਨਵੈਸਟ ਕਰਨ ਦੇ ਬਹੁਤ ਸਾਰੇ ਚਾਰजेस ਸੀ, ਪਰ ਜੇਕਰ ਤੁਸੀਂ ਆਈਐਨਡੀ ਮਨੀ ਨੂੰ ਯੂਜ਼ ਕਰਦੇ ਹੋ ਤਾਂ ਤੁਸੀਂ ਕੋਈ ਅਕਾਊਂਟ ਓਪਨਿੰਗ ਫੀਸ ਨਹੀਂ ਦੇਣੀ, ਕੋਈ ਬ੍ਰੋਕਰੇਜ ਚਾਰजेस ਨਹੀਂ, ਜ਼ੀਰੋ ਕਮਿਸ਼ਨ, ਤਾਂ ਕਿ ਤੁਸੀਂ ਇੱਕ ਸਮਾਲ ਅਮਾਉਂਟ ਦੇ ਨਾਲ ਵੀ ਆਪਣੀ ਫੇਵਰਿਟ ਕੰਪਨੀ ਵਿੱਚ ਇਨਵੈਸਟ ਕਰ ਸਕੋ। ਸੋ ਅੱਜ ਅਸੀਂ ਆਈਐਨਡੀ ਮਨੀ ਦੇ ਨਾਲ ਮਿਲ ਕੇ ਤੁਹਾਨੂੰ ਐਪਲ ਦੇ 1000 ਰੁਪਏ ਦੇ ਸ਼ੇਅਰ ਬਿਲਕੁਲ ਫ੍ਰੀ ਗਿਫਟ ਕਰਨ ਵਾਲੇ ਹਾਂ। ਸੋ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਰਾਹੀਂ ਇਸ ਐਪ ਨੂੰ ਡਾਊਨਲੋਡ ਕਰਨਾ ਹੈ। ਸਾਈਨ ਅਪ ਕਰਨ ਤੋਂ ਬਾਅਦ ਤੁਹਾਡੇ ਫ੍ਰੀ ਯੂਐਸ ਸਟਾਕ ਅਕਾਊਂਟ ਵਿੱਚ ਫਸਟ ਟਾਈਮ ਫੰਡ ਐਡ ਕਰਨ ਤੇ
ਤੁਹਾਨੂੰ 1000 ਰੁਪਏ ਦੇ ਐਪਲ ਦੇ ਸ਼ੇਅਰ ਮਿਲ ਜਾਣਗੇ। ਸੋ ਆਈ ਮਨੀ ਰਾਹੀਂ ਤੁਸੀਂ SIP ਮੋਡ ਰਾਹੀਂ ਵੀ ਆਪਣੀ ਇਨਵੈਸਟਿੰਗ ਜਰਨੀ ਸਟਾਰਟ ਕਰ ਸਕਦੇ ਹੋ, ਮਤਲਬ ਕਿ ਹਰ ਮਹੀਨੇ 500 ਰੁਪਈਆ। ਸੋ ਇਸੇ ਤਰ੍ਹਾਂ ਅਗਲੀ ਥਿਊਰੀ ਸਿਮੂਲੇਸ਼ਨ ਹੈ। ਸਿਮੂਲੇਸ਼ਨ ਦਾ ਮਤਲਬ ਹੁੰਦਾ ਆਰਟੀਫੀਸ਼ੀਅਲ ਦੁਨੀਆ, ਮਤਲਬ ਜਿਵੇਂ ਅਸੀਂ ਗੇਮ ਖੇਡਦੇ ਹਾਂ ਜਾਂ ਹੋਰ ਕੁਝ ਵੀ ਕਰਦੇ ਹਾਂ। ਇਹ ਥਿਊਰੀ ਦਾ ਕਹਿਣਾ ਹੈ ਕਿ ਸਾਨੂੰ ਕੋਈ ਗੇਮ ਦੀ ਤਰ੍ਹਾਂ ਕੰਟਰੋਲ ਕਰ ਰਿਹਾ ਹੈ ਤੇ GTA ਵਾਂਗ ਅਸੀਂ ਇੱਕ ਕਰੈਕਟਰ ਹਾਂ। ਜਿਵੇਂ ਕਈ ਵਾਰ ਗੇਮ ਰੁਕ ਕੇ ਥੋੜਾ ਜਿਹਾ ਪਿੱਛੇ ਤੋਂ ਸਟਾਰਟ ਹੋ ਜਾਂਦੀ ਹੈ, ਪਰ ਅਸੀਂ ਅੱਗੇ ਜਾ ਕੇ ਪਹਿਲਾਂ ਦੇਖ ਲਿਆ ਹੁੰਦਾ ਹੈ ਤੇ ਅਸੀਂ ਜਦੋਂ ਦੁਬਾਰਾ ਉਸ ਥਾਂ ਤੇ ਜਾਂਦੇ ਹਾਂ ਤਾਂ ਪਹਿਲਾਂ ਵਾਲਾ ਗੇਮ ਸੀਨ ਸਾਨੂੰ ਦੁਬਾਰਾ ਦਿਖਾਈ ਦਿੰਦਾ ਹੈ। ਮਤਲਬ ਇਹ ਸਾਰਾ ਕੁਝ ਅਸੀਂ ਪਹਿਲਾਂ ਕਰ ਲਿਆ ਹੁੰਦਾ ਹੈ ਪਰ ਸਾਡੇ ਦਿਮਾਗ ਚੋਂ ਨਿਕਲ ਜਾਂਦਾ ਹੈ। ਇਸ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਡੇਜਾਵੂ ਮਹਿਸੂਸ ਹੁੰਦਾ ਹੈ। ਤੇ ਅੱਗੇ ਗੱਲ ਕਰਦੇ ਹਾਂ ਸਾਈਕੋਲੋਜੀ ਬਿਹਾਈਂਡ ਡੇਜਾਵੂ। ਸਾਈਕੋਲੋਜੀ ਵਿੱਚ ਕਿਹਾ ਜਾਂਦਾ ਹੈ ਕਿ ਇਹ ਮੈਮਰੀ ਮਿਸਮੈਚ ਕਾਰਨ ਹੁੰਦਾ ਹੈ। ਮਤਲਬ ਸਾਡਾ ਦਿਮਾਗ ਸ਼ਾਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਦੋ ਤਰੀਕਿਆਂ ਨਾਲ ਮੈਮਰੀ ਨੂੰ ਸਟੋਰ ਕਰਦਾ ਹੈ। ਮਤਲਬ ਜਦੋਂ ਸ਼ਾਰਟ ਟਰਮ ਮੈਮਰੀ ਕਿਸੇ ਮਿਲੀ ਹੋਈ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਕੇ ਲੌਂਗ ਟਰਮ ਮੈਮਰੀ ਕੋਲ ਭੇਜਦੀ ਹੈ, ਉਸ ਤੋਂ ਬਾਅਦ ਸ਼ਾਰਟ ਟਰਮ ਮੈਮਰੀ ਵਿੱਚੋਂ ਉਹ ਇਨਫੋਰਮੇਸ਼ਨ ਡਿਲੀਟ ਹੋ ਜਾਂਦੀ ਹੈ। ਡੇਜਾਵੂ ਇੱਕ ਫ੍ਰਿਕਸ਼ਨ ਆਫ ਸੈਕਿੰਡ ਦਾ ਸ਼ਾਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਵਿੱਚ ਕਨੈਕਸ਼ਨ ਟੁੱਟਣ ਦੇ ਕਾਰਨ ਹੁੰਦਾ ਹੈ। ਜਦੋਂ ਸ਼ਾਰਟ ਟਰਮ ਮੈਮਰੀ ਨੂੰ ਲੱਗਦਾ ਹੈ ਕਿ ਇਨਫੋਰਮੇਸ਼ਨ ਇਕੱਠੀ ਨਹੀਂ ਕੀਤੀ, ਜਦ ਕਿ ਉਹ ਇਨਫੋਰਮੇਸ਼ਨ ਲੌਂਗ ਟਰਮ ਮੈਮਰੀ ਵਿੱਚ ਸਟੋਰ ਹੁੰਦੀ ਹੈ। ਜਾਂ ਐਵੇਂ ਸਮਝ ਲਵੋ ਕਿ ਇਨਫੋਰਮੇਸ਼ਨ ਸ਼ਾਰਟ ਟਰਮ ਮੈਮਰੀ ਤੋਂ ਬਾਈਪਾਸ ਸਿੱਧੀ ਲੌਂਗ ਟਰਮ ਮੈਮਰੀ ਵਿੱਚ ਸਟੋਰ ਹੋ ਜਾਵੇ। ਇਸੇ ਤਰ੍ਹਾਂ ਕੌਨਸ਼ੀਅਸ ਮਾਈਂਡ ਤੇ ਸਬਕੌਨਸ਼ੀਅਸ ਮਾਈਂਡ ਕੰਮ ਕਰਦਾ ਹੈ। ਇਸ ਸਟੇਟ ਵਿੱਚ ਸਾਡਾ ਦਿਮਾਗ ਕਨਫਿਊਜ਼ ਹੋ ਜਾਂਦਾ ਹੈ ਤੇ ਡੇਜਾਵੂ ਦਾ ਅਹਿਸਾਸ ਹੁੰਦਾ ਹੈ। ਸਾਡਾ ਦਿਮਾਗ ਇੱਕ ਹਾਰਡ ਡਰਾਈਵ ਦੀ ਤਰ੍ਹਾਂ ਕੰਮ ਕਰਦਾ ਹੈ, ਜਿਸ ਵਿੱਚ ਅਲੱਗ-ਅਲੱਗ ਯਾਦਾਂ ਅਲੱਗ-ਅਲੱਗ ਜਗ੍ਹਾ, ਜਿਵੇਂ ਹਾਰਡ ਡਰਾਈਵ ਵਿੱਚ ਅਸੀਂ ਅਲੱਗ-ਅਲੱਗ ਫੋਲਡਰ ਤੇ ਕੋਈ ਡਾਕੂਮੈਂਟ ਰੱਖ ਦਿੰਦੇ ਹਾਂ, ਉਵੇਂ ਹੀ ਦਿਮਾਗ ਦੇ ਕਿਸੇ ਅਨਨੋਨ ਫੋਲਡਰ ਵਿੱਚ ਕੋਈ ਯਾਦ ਸਟੋਰ ਹੋ ਜਾਂਦੀ ਹੈ ਤੇ ਜੋ ਅਚਾਨਕ ਹੀ ਸਾਡੇ ਸਾਹਮਣੇ ਆ ਜਾਂਦੀ ਹੈ। ਸੋ ਅੱਗੇ ਗੱਲ ਕਰਦੇ ਹਾਂ ਪੈਰਲਲ ਯੂਨੀਵਰਸ। ਇਹ ਥਿਊਰੀ ਵਿੱਚ ਪੂਰੇ ਬ੍ਰਹਿਮੰਡ ਵਿੱਚ ਅਲੱਗ-ਅਲੱਗ ਯੂਨੀਵਰਸ ਨੇ ਤੇ ਅਲੱਗ-ਅਲੱਗ ਯੂਨੀਵਰਸਾਂ ਵਿੱਚ ਸੇਮ ਸਾਡੇ ਤਰ੍ਹਾਂ ਦੀ ਲਾਈਫ ਚੱਲ ਰਹੀ ਹੈ। ਸਾਰੇ ਕਰੈਕਟਰ ਸਾਡੇ ਵਰਗੇ ਨੇ ਪਰ ਉਹਨਾਂ ਦੇ ਕੰਮ ਅਲੱਗ-ਅਲੱਗ ਹੋ ਸਕਦੇ ਨੇ। ਮਤਲਬ ਸੇਮ ਸਾਡੇ ਵਰਗੀ ਦੁਨੀਆ ਕਿਸੇ ਹੋਰ ਗ੍ਰਹਿ ਵਿੱਚ ਵੀ ਚੱਲ ਰਹੀ ਹੈ। ਜੇਕਰ ਕਿਸੇ ਹੋਰ ਯੂਨੀਵਰਸ ਤੇ ਸਾਡੇ ਨਾਲ ਕੁਝ ਹੁੰਦਾ ਹੈ, ਉਸ ਦਾ ਅਹਿਸਾਸ ਸਾਨੂੰ ਇਹ ਯੂਨੀਵਰਸ ਵਿੱਚ ਹੁੰਦਾ ਹੈ। ਇਹ ਥਿਊਰੀ ਦਾ ਇਸ ਤਰ੍ਹਾਂ ਕਹਿਣਾ ਹੈ, ਮਤਲਬ ਸਾਡੇ ਦਿਮਾਗ ਦਾ ਕਨੈਕਸ਼ਨ ਦੂਜੇ ਯੂਨੀਵਰਸ ਦੇ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ ਹੋਣ ਤੇ ਥੋੜੇ-ਥੋੜੇ ਕਣ ਸਾਨੂੰ ਉੱਥੋਂ ਦੇ ਦਿਖਾਈ ਦਿੰਦੇ ਨੇ ਤੇ ਕ੍ਰਾਸਓਵਰ ਹੋਣ ਤੇ ਸਾਨੂੰ ਡੇਜਾਵੂ ਦੀ ਫੀਲਿੰਗ ਹੁੰਦੀ ਹੈ। ਸੋ ਪੈਰਲਲ ਯੂਨੀਵਰਸ ਨੂੰ ਮੂਵੀਜ਼ ਦੇ ਵਿੱਚ ਵੀ ਦਿਖਾਇਆ ਜਾਂਦਾ ਹੈ। ਸੋ ਅਸਲ ਵਿੱਚ ਹਾਲੇ ਤੱਕ ਇਹ ਸਾਰੀਆਂ ਥਿਊਰੀਆਂ ਹੀ ਨੇ ਤੇ ਚੰਗੀ ਤਰ੍ਹਾਂ ਕੋਈ ਵੀ ਪਤਾ ਨਹੀਂ ਕਰ ਪਾਇਆ, ਕਿਉਂਕਿ ਇਹ ਸਰੀਰਕ ਤੇ ਮਾਨਸਿਕ ਅਹਿਸਾਸ ਹੈ ਤੇ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਇਹ ਕਦੋਂ ਹੋਵੇਗਾ ਤੇ ਇਹ ਰਹਿੰਦਾ ਵੀ ਸਿਰਫ ਕੁਝ ਸੈਕਿੰਡਾਂ ਲਈ ਹੀ ਹੈ। ਤੇ ਇਸ ਕਰਕੇ ਕੋਈ ਵੀ ਇਹ ਚੀਜ਼ ਨਹੀਂ ਪਤਾ ਕਰ ਪਾਇਆ ਕਿ ਇਸ ਸਮੇਂ ਦਿਮਾਗ ਕਿਹੜੀ ਕੰਡੀਸ਼ਨ ਵਿੱਚ ਕੰਮ ਕਰਦਾ ਹੈ। ਸਾਡਾ ਦਿਮਾਗ ਉਦੋਂ ਤੋਂ ਹੀ ਇਸ ਤਰ੍ਹਾਂ ਬਣ ਗਿਆ ਜਦੋਂ ਇਨਸਾਨ ਜੰਗਲਾਂ ਵਿੱਚ ਰਹਿੰਦਾ ਸੀ। ਉਸ ਸਮੇਂ ਕੋਈ ਵੀ ਜਾਨਵਰ ਇਨਸਾਨ ਦਾ ਸ਼ਿਕਾਰ ਕਰ ਸਕਦਾ ਸੀ। ਇਸੇ ਕਾਰਨ ਇਨਸਾਨੀ ਦਿਮਾਗ ਕੌਨਸ਼ੀਅਸ ਤੇ ਸਬਕੌਨਸ਼ੀਅਸ ਦੀ ਤਰ੍ਹਾਂ ਟ੍ਰੇਨਡ ਹੋ ਗਿਆ ਤੇ ਇਨਸਾਨੀ ਦਿਮਾਗ ਹਰ ਸਮੇਂ ਤਿਆਰ ਬਰ ਤਿਆਰ ਰਹਿਣ ਲੱਗਿਆ। ਤੇ ਇਹ ਡੇਜਾਵੂ ਦੀ ਫੀਲਿੰਗ ਜ਼ਿਆਦਾਤਰ ਉਦੋਂ ਆਉਂਦੀ ਹੈ ਜਦੋਂ ਅਸੀਂ 24 ਘੰਟੇ ਹਰ ਰੋਜ਼ ਲਗਭਗ ਸੇਮ ਹੀ ਪੈਟਰਨ ਵਰਤਦੇ ਹਾਂ, ਉਸੇ ਡੇਲੀ ਟੂ ਡੇਲੀ ਲਾਈਫ ਵਿੱਚ ਰਹਿੰਦੇ ਹਾਂ। ਡੇਜਾਵੂ ਤੋਂ ਇਲਾਵਾ ਜਮਾਈਵੂ ਤੇ ਪ੍ਰੈਸਟਵਿਊ ਵੀ ਹੁੰਦਾ ਹੈ। ਜਮਾਈਵੂ ਇਸ ਦਾ ਮਤਲਬ ਨੈਵਰ ਸੀਨ, ਮਤਲਬ ਇਸ ਫੀਲਿੰਗ ਵਿੱਚ ਇਨਸਾਨ ਨੂੰ ਪਹਿਲਾਂ ਤੋਂ ਦੇਖੀ ਹੋਈ ਜਗ੍ਹਾ ਵੀ ਯਾਦ ਨਹੀਂ ਰਹਿੰਦੀ। ਉਸ ਨੂੰ ਉਹ ਚੀਜ਼ ਨਵੀਂ ਲੱਗਦੀ ਹੈ, ਬੇਸ਼ੱਕ ਉੱਥੇ ਉਹ ਬਹੁਤ ਵਾਰ ਆਇਆ ਹੋਵੇ। ਉਸ ਨੂੰ ਲੱਗਦਾ ਕਿ ਉਸਨੇ ਇਹ ਪਹਿਲਾਂ ਕਦੇ ਵੀ ਨਹੀਂ ਦੇਖਿਆ। ਇਸ ਨੂੰ ਸ਼ਾਰਟ ਟਰਮ ਮੈਮਰੀ ਲਾਸ ਨਾਲ ਵੀ ਕੰਪੇਅਰ ਕੀਤਾ ਜਾਂਦਾ ਹੈ। ਇਹ ਡੇਜਾਵੂ ਤੋਂ 10 ਗੁਣਾ ਘੱਟ ਫੀਲ ਕੀਤੀ ਜਾਂਦੀ ਹੈ ਤੇ ਇਹ ਜ਼ਿਆਦਾਤਰ ਜ਼ਿਆਦਾ ਏਜ ਵਾਲਿਆਂ ਵਿੱਚ ਹੀ ਦੇਖਣ ਨੂੰ ਮਿਲਦੀ ਹੈ। ਤੇ ਨੰਬਰ 2 ਤੇ ਪ੍ਰੈਸਟਵਿਊ ਹੁੰਦਾ ਹੈ ਆਲਮੋਸਟ ਸੀਨ, ਮਤਲਬ ਜਦੋਂ ਤੁਹਾਨੂੰ ਕੋਈ ਬੰਦਾ ਕਿਸੇ ਵਰਡ ਬਾਰੇ ਪੁੱਛਦਾ ਹੈ ਜਾਂ ਤੁਹਾਨੂੰ ਕਿਸੇ ਦਾ ਨਾਮ ਯਾਦ ਨਹੀਂ ਆਉਂਦਾ ਪਰ ਤੁਹਾਡੇ ਦਿਮਾਗ ਵਿੱਚ ਘੁੰਮ ਰਿਹਾ ਹੁੰਦਾ ਹੈ ਕਿ ਯਾਰ ਇਹ ਨਾਮ ਤਾਂ ਮੇਰੇ ਯਾਦ ਸੀ, ਪਰ ਉਸ ਸਮੇਂ ਤੁਹਾਨੂੰ ਉਹ ਯਾਦ ਨਹੀਂ ਆਉਂਦਾ, ਪਰ ਕੁਝ ਸਮੇਂ ਬਾਅਦ ਸਾਨੂੰ ਸਾਰਾ ਕੁਝ ਯਾਦ ਆ ਜਾਂਦਾ ਹੈ। ਸੋ ਮਨੀ ਇੱਕ ਸੇਫ ਐਪ ਹੈ। ਇਸ ਨੂੰ 6.5 ਮਿਲੀਅਨ ਤੋਂ ਵੀ ਜ਼ਿਆਦਾ ਇੰਡੀਅਨਸ ਯੂਜ਼ ਕਰ ਰਹੇ ਨੇ। ਸੋ ਤੁਸੀਂ ਡਿਸਕ੍ਰਿਪਸ਼ਨ ਦਿੱਤੇ ਗਏ ਲਿੰਕ ਰਾਹੀਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ 1000 ਰੁਪਏ ਦੇ ਐਪਲ ਦੇ ਸ਼ੇਅਰ ਕਲੇਮ ਕਰ ਸਕਦੇ ਹੋ ਫਸਟ ਟਾਈਮ ਫੰਡ ਐਡ ਤੇ ਲਾਸਟ ਵਿੱਚ ਗੱਲ ਕਰਦੇ ਹਾਂ, ਦੁਨੀਆ ਵਿੱਚ ਸਿਰਫ ਬੰਦਾ ਹੀ ਮੂਰਖ ਹੋ ਸਕਦਾ ਹੈ, ਕਿਉਂਕਿ ਮੂਰਖਣੀ ਸ਼ਬਦ ਤਾਂ ਬਣਿਆ ਹੀ ਨਹੀਂ। ਸੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਨੂੰ ਦੋਸ਼ ਦੇ ਕੇ ਆਪਣੇ ਦੁੱਖਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੀਆਂ ਗਲਤੀਆਂ ਨੂੰ ਲੁਕਾਉਣ ਦੀ ਵੀ। ਪਰ ਜਿਹੜੇ ਦੁੱਖਾਂ ਦਾ ਅਸੀਂ ਕਿਸੇ ਤੇ ਦੋਸ਼ ਨਹੀਂ ਪਾ ਸਕਦੇ, ਉਹਨਾਂ ਨੂੰ ਅਸੀਂ ਕਿਸਮਤ ਦੇ ਖਾਤੇ ਵਿੱਚ ਪਾ ਦਿੰਦੇ ਹਾਂ ਕਿ ਕਿਸਮਤ ਨੇ ਇਦਾਂ ਹੀ ਚਾਹਿਆ ਸੀ, ਇਹ ਤਾਂ ਸਾਡੇ ਨਾਲ ਹੋਣਾ ਹੀ ਸੀ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਫੋਲੋ ਕਰ ਸਕਦੇ ਹੋ। ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।